Hello students. Today we are going to discuss effect of temperature on resistivity in case of metal, alloys, semiconductor and insulator and their temperature coefficient of resistivity. ਸੋ ਆਪਾਂ ਕੀ ਡਿਸਕਸ ਕਰਨਾ ਵਾ ਕਿ ਟੈਂਪਰੇਚਰ ਦਾ ਰਜਿਸਟਿਵਿਟੀ ਦੇ ਉੱਤੇ ਕੀ ਇਫੈਕਟ ਪੈਂਦਾ ਵਾ ਮੈਟਲ ਦੇ ਕੇਸ 'ਚ, ਐਲੋਏ ਦੇ ਕੇਸ 'ਚ, ਸੈਮੀਕੰਡਕਟਰ ਦੇ ਕੇਸ 'ਚ ਅਤੇ ਇਨਸੂਲੇਟਰ ਦੇ ਕੇਸ 'ਚ, ਅਤੇ ਨਾਲ ਹੀ ਨਾਲ ਉਹਨੂੰ ਡਿਸਕਸ ਕਰਾਂਗੇ ਉਹਨਾਂ ਦੇ ਟੈਂਪਰੇਚਰ ਕੋਫੀਸ਼ੀਐਂਟ। ਸੋ ਸਾਰਿਆਂ ਨਾਲੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਮੈਟਲ ਦਾ ਕੇਸ, ਮੈਟਲ, ਕੰਡਕਟਰ ਜਾਂ ਐਲੋਇਸ। ਇਹਨਾਂ ਤਿੰਨਾਂ ਦੇ ਲਈ ਆਪਾਂ ਡਿਸਕਸ ਕਰਾਂਗੇ ਕਿਉਂਕਿ ਜਿੰਨੇ ਵੀ ਮੈਟਲਸ ਆ ਸਾਰੀਆਂ ਕੰਡਕਟਰਸ ਆ। ਐਲੋਇਸ ਦੇ ਕੇਸ ਦੇ ਵਿੱਚ ਕੀ ਹੋਊਗੀ ਇਹਨਾਂ ਦੀ ਰਜਿਸਟਿਵਿਟੀ ਅਤੇ ਇਹਨਾਂ ਦਾ ਟੈਂਪਰੇਚਰ ਕੋਫੀਸ਼ੀਐਂਟ ਕਿਉਂ। ਹੁਣ ਆਪਾਂ ਨੂੰ ਪਤਾ ਜਿਹੜੀ ਰਜਿਸਟਿਵਿਟੀ ਰੋ ਆ, ਆਪਾਂ ਰਿਲੇਸ਼ਨ ਡਰਾਈਵ ਕੀਤਾ ਸੀ, ਕਿਹਦੇ 'ਤੇ ਡਿਪੈਂਡ ਕਰਦੀ ਆ ਉਹ, ਮਾਸ ਓਵਰ ਐਨ ਈ ਸਕੇਅਰ ਇੰਟੂ ਟਾਓ। ਐਨ ਕੀ ਸੀ ਇੱਥੇ ਨੰਬਰ ਆਫ ਫ੍ਰੀ ਇਲੈਕਟ੍ਰੋਨ ਪਰ ਯੂਨਿਟ ਵੋਲਿਊਮ, ਟਾਓ ਕੀ ਸੀ ਰਿਲੈਕਸੇਸ਼ਨ ਟਾਈਮ। ਹੁਣ ਦੇਖੋ ਕੀ ਹੋਊਗਾ, ਸਪੋਜ਼ ਕਰ ਲਓ ਆਪਾਂ ਟੈਂਪਰੇਚਰ ਨੂੰ ਕੀ ਕਰਤਾ ਇਨਕਰੀਜ਼, ਆਪਾਂ ਟੈਂਪਰੇਚਰ ਇਨਕਰੀਜ਼ ਕਰਤਾ। ਆਪਾਂ ਕੀ ਕਿਹਾ ਸੀਗਾ ਕਿ ਜਦੋਂ ਹੀ ਆਪਾਂ ਟੈਂਪਰੇਚਰ ਇਨਕਰੀਜ਼ ਕਰਾਂਗੇ ਮੈਟਲ ਦੇ ਵਿੱਚ ਜਿੰਨੇ ਵੀ ਇਲੈਕਟ੍ਰੋਨਸ ਹੋਣਗੇ ਉਹਨਾਂ ਦੇ ਵਿੱਚ ਜਿਹੜਾ ਕੋਲੀਜ਼ਨ ਹੋਊਗਾ ਉਹ ਕੋਲੀਜ਼ਨ ਦਾ ਟਾਈਮ ਕੀ ਹੋ ਜਾਊਗਾ, ਡਿਕਰੀਜ਼ ਹੋ ਜਾਊਗਾ। ਕਿਉਂਕਿ ਆਪਾਂ ਕੀ ਕਿਹਾ ਸੀ ਟੈਂਪਰੇਚਰ ਜਦੋਂ ਹੀ ਇਹਨਾਂ ਨੂੰ ਮਿਲੂਗਾ ਉਹਨਾਂ ਨੂੰ ਐਨਰਜੀ ਮਿਲ ਗਈ, ਜਦੋਂ ਹੀ ਉਹਨਾਂ ਨੇ ਐਨਰਜੀ ਗੇਨ ਕਰ ਲਈ ਉਹ ਪਹਿਲਾਂ ਨਾਲੋਂ ਫਾਸਟ ਟਰੈਵਲ ਕਰਨਗੇ। ਜੇ ਪਹਿਲਾਂ ਨਾਲੋਂ ਫਾਸਟ ਟਰੈਵਲ ਕਰਨਗੇ ਜਿਹੜਾ ਉਹਨਾਂ ਦੇ ਵਿੱਚ ਕੋਲੀਜ਼ਨ ਦਾ ਟਾਈਮ ਹੋਊਗਾ ਉਹ ਟਾਈਮ ਕੀ ਹੋ ਜਾਊਗਾ, ਡਿਕਰੀਜ਼ ਹੋ ਜਾਊਗਾ। ਇਹਦਾ ਮਤਲਬ ਰਿਲੈਕਸੇਸ਼ਨ ਟਾਈਮ ਕੀ ਹੋ ਗਿਆ, ਡਿਕਰੀਜ਼ ਹੋ ਗਿਆ। ਜੇ ਰਿਲੈਕਸੇਸ਼ਨ ਟਾਈਮ ਡਿਕਰੀਜ਼ ਹੁੰਦਾ ਵਾ ਕੀ ਹੋਊਗਾ ਆਪਣੇ ਕੋਲ, ਰਿਲੈਕਸੇਸ਼ਨ ਟਾਈਮ ਆ ਜਿਹੜਾ ਉਹ ਡਿਕਰੀਜ਼ ਹੋ ਗਿਆ। ਜੇ ਰਿਲੈਕਸੇਸ਼ਨ ਟਾਈਮ ਡਿਕਰੀਜ਼ ਹੋਊਗਾ ਰਜਿਸਟਿਵਿਟੀ ਕੀ ਹੋਊਗੀ, ਇਨਕਰੀਜ਼। ਇਹਦਾ ਮਤਲਬ ਟੈਂਪਰੇਚਰ ਇਨਕਰੀਜ਼ ਕਰਨ ਦੇ ਨਾਲ ਰਜਿਸਟਿਵਿਟੀ ਕੀ ਆ, ਇਨਕਰੀਜ਼ ਹੁੰਦੀ ਆ। ਇਹ ਤਾਂ ਸੀਗਾ ਮੈਟਲ ਦਾ ਜਾਂ ਐਲੋਏ। ਐਲੋਇਸ ਕੀ ਹੁੰਦੇ ਆ ਜਿਹੜੇ ਦੋ ਜਾਂ ਦੋ ਤੋਂ ਜ਼ਿਆਦਾ ਮੈਟਲਸ ਤੋਂ ਮਿਲ ਕੇ ਬਣੇ ਹੁੰਦੇ ਆ। ਠੀਕ ਆ, ਉਹਨਾਂ ਦੇ ਕੇਸ ਦੇ ਵਿੱਚ ਵੀ ਜਿਹੜੀ ਰਜਿਸਟਿਵਿਟੀ ਆ ਇਨਕਰੀਜ਼ ਹੁੰਦੀ ਆ। ਪਰ ਐਲੋਇਸ ਦੇ ਕੇਸ ਦੇ ਵਿੱਚ ਕੀ ਹੁੰਦਾ ਵਾ, ਰਜਿਸਟਿਵਿਟੀ ਓਰੀਜਨਲ ਦੇ ਨਾਲੋਂ ਬਹੁਤ ਘੱਟ ਇਨਕਰੀਜ਼ ਹੁੰਦੀ ਆ। ਹੁਣ ਦੇਖੋ ਟੈਂਪਰੇਚਰ ਕੋਫੀਸ਼ੀਐਂਟ ਕੀ ਹੋਊਗਾ ਇਸ ਕੇਸ ਦੇ ਵਿੱਚ, ਰੋ ਕੀ ਸੀ ਆਪਣੇ ਕੋਲ, ਰਜਿਸਟਿਵਿਟੀ ਐਟ ਟੈਂਪਰੇਚਰ T2, ਮਤਲਬ ਟੈਂਪਰੇਚਰ ਇਨਕਰੀਜ਼ ਕਰਨ ਤੋਂ ਬਾਅਦ ਉਹਦੀ ਰਜਿਸਟਿਵਿਟੀ ਕਿੰਨੀ ਆ ਉਹਨੂੰ ਆਪਾਂ ਰੋ ਸਪੋਜ਼ ਕੀਤਾ ਸੀਗਾ। ਓਰੀਜਨਲ ਟੈਂਪਰੇਚਰ ਜਦੋਂ ਆਪਾਂ ਟੈਂਪਰੇਚਰ ਵਧਾਉਣਾ ਸਟਾਰਟ ਕੀਤਾ ਸੀ ਉਸ ਦੇ ਉੱਤੇ ਰਜਿਸਟਿਵਿਟੀ ਦੀ ਵੈਲਿਊ ਕਿੰਨੀ ਆ, ਰੋ ਨੋਟ ਆ। ਹੁਣ ਦੇਖੋ ਆਪਾਂ ਹੁਣੇ ਡਿਸਕਸ ਕੀਤਾ ਕਿ ਜਦੋਂ ਆਪਾਂ ਟੈਂਪਰੇਚਰ ਇਨਕਰੀਜ਼ ਕਰਤਾ, ਟੈਂਪਰੇਚਰ ਇਨਕਰੀਜ਼ ਕਰਨ ਦੇ ਨਾਲ ਕੀ ਹੋਇਆ, ਜਿਹੜੀ ਰਜਿਸਟਿਵਿਟੀ ਆ ਉਹ ਕੀ ਹੋ ਗਈ, ਇਨਕਰੀਜ਼ ਹੋ ਗਈ। ਇਹਦਾ ਮਤਲਬ ਆਪਣੇ ਕੋਲ ਰੋ ਗ੍ਰੇਟਰ ਹੋ ਗਿਆ ਕਿਹਦੇ ਨਾਲੋਂ, ਰੋ ਨੋਟ ਨਾਲੋਂ, ਕਿਉਂਕਿ ਰਜਿਸਟਿਵਿਟੀ ਟੈਂਪਰੇਚਰ ਇਨਕਰੀਜ਼ ਹੋਣ ਦੇ ਨਾਲ ਇਨਕਰੀਜ਼ ਹੋਈ ਆ। ਇਸ ਕਰਕੇ ਜਿਹੜਾ ਆਪਣੇ ਕੋਲ ਅਲਫਾ ਮਤਲਬ ਟੈਂਪਰੇਚਰ ਕੋਫੀਸ਼ੀਐਂਟ ਆ ਉਹਦੀ ਵੈਲਿਊ ਕੀ ਆਊਗੀ, ਪੋਜ਼ਿਟਿਵ, ਕਿਉਂਕਿ ਰਜਿਸਟਿਵਿਟੀ ਕੀ ਆ ਇਹਦੇ ਨਾਲੋਂ ਰੋ ਕੀ ਆ, ਗ੍ਰੇਟਰ ਆ। ਇਸ ਕਰਕੇ ਜਦੋਂ ਵੀ ਆਪਾਂ ਮੈਟਲ ਦੀ ਕੇਸ ਗੱਲ ਕਰਾਂਗੇ ਜਾਂ ਐਲੋਇਸ ਦੀ ਗੱਲ ਕਰਾਂਗੇ ਆਪਣੇ ਕੋਲ ਅਲਫਾ ਦੀ ਵੈਲਿਊ ਕੀ ਹੋਊਗੀ, ਹਮੇਸ਼ਾ ਪੋਜ਼ਿਟਿਵ। ਇਸ ਕਰਕੇ ਮੈਟਲ ਐਲੋਇਸ ਦੇ ਕੇਸ ਦੇ ਵਿੱਚ ਜਿਹੜਾ ਟੈਂਪਰੇਚਰ ਕੋਫੀਸ਼ੀਐਂਟ ਆ ਰਜਿਸਟਿਵਿਟੀ ਉਹ ਹਮੇਸ਼ਾ ਕੀ ਹੁੰਦਾ, ਪੋਜ਼ਿਟਿਵ ਹੁੰਦਾ। ਅਤੇ ਐਲੋਇਸ ਦੇ ਕੇਸ ਦੇ ਵਿੱਚ ਟੈਂਪਰੇਚਰ ਕੋਫੀਸ਼ੀਐਂਟ ਦੀ ਵੈਲਿਊ ਜਿਹੜੀ ਆ ਬਹੁਤ ਘੱਟ ਹੁੰਦੀ ਆ ਕਿਉਂਕਿ ਉਹਦੇ ਵਿੱਚ ਜਿਹੜੀ ਰਜਿਸਟਿਵਿਟੀ ਆ ਉਹ ਬਹੁਤ ਘੱਟ ਇਨਕਰੀਜ਼ ਹੁੰਦੀ ਆ। ਇਸ ਕਰਕੇ ਐਲੋਇਸ ਦੇ ਕੇਸ ਦੇ ਵਿੱਚ ਟੈਂਪਰੇਚਰ ਕੋਫੀਸ਼ੀਐਂਟ ਦੀ ਵੈਲਿਊ ਜਿਹੜੀ ਆ ਬਹੁਤ ਘੱਟ ਹੁੰਦੀ ਆ, ਜਿਸ ਕਰਕੇ ਆਪਾਂ ਉਹਨੂੰ ਮੈਂਗਾਨੀਨ ਦੀ ਵਾਇਰ ਬਣਾਉਣ ਦੇ ਵਿੱਚ ਯੂਜ਼ ਕਰਦੇ ਹਾਂ। ਕੌਂਸਟੈਂਨਨ ਜਾਂ ਮੈਂਗਾਨੀਨ ਦੀ ਵਾਇਰ ਹੁੰਦੀ ਆ, ਉਸ ਕੇਸ ਦੇ ਵਿੱਚ ਆਪਾਂ ਇਸ ਵਾਇਰ ਨੂੰ ਯੂਜ਼ ਕਰਦੇ ਹਾਂ ਕਿਉਂਕਿ ਉਹਦੀ ਅਲਫਾ ਜਿਹੜਾ ਵਾ ਟੈਂਪਰੇਚਰ ਕੋਫੀਸ਼ੀਐਂਟ ਆਫ ਰਜਿਸਟਿਵਿਟੀ ਬਹੁਤ ਘੱਟ ਹੁੰਦਾ। ਕਹਿਣ ਦਾ ਮਤਲਬ ਉਸ ਕੇਸ ਦੇ ਵਿੱਚ ਮਤਲਬ ਟੈਂਪਰੇਚਰ ਜੇ ਆਪਾਂ ਵਧਾ ਦਈਏ ਉਸ ਦੇ ਵਿੱਚ ਜਿਹੜੀ ਰਜਿਸਟਿਵਿਟੀ ਜਾਂ ਰਜਿਸਟੈਂਸ ਬਹੁਤ ਘੱਟ ਇਨਕਰੀਜ਼ ਹੁੰਦੀ ਹੈ। ਇਸ ਕਰਕੇ ਇਹਦੀ ਵੈਲਿਊ ਅਲਫਾ ਜਾਂ ਕੌਂਸਟੈਂਨ ਜਾਂ ਮੈਂਗਾਨੀਨ ਐਲੋਏ ਆ ਜਿਹੜੀ ਆਪਾਂ ਯੂਜ਼ ਕਰਦੇ ਹਾਂ। ਹੁਣ ਮੈਟਲ ਜਾਂ ਐਲੋਇਸ ਦੇ ਕੇਸ ਦੇ ਵਿੱਚ
ਰਜਿਸਟਿਵਿਟੀ ਅਤੇ ਟੈਂਪਰੇਚਰ ਦੇ ਵਿੱਚ ਜਿਹੜਾ ਗ੍ਰਾਫ ਆ ਉਹ ਗ੍ਰਾਫ ਕੀ ਹੁੰਦਾ ਵਾ, ਸਟ੍ਰੇਟ ਲਾਈਨ ਨਹੀਂ ਹੋਊਗਾ, ਕੋਈ ਨਾ ਕੋਈ ਵੈਲਿਊ ਆਪਣੇ ਕੋਲ ਹੋਊਗੀ 0 ਕੈਲਵਿਨ ਦੇ ਉੱਤੇ, ਅਤੇ ਰਜਿਸਟਿਵਿਟੀ ਦੀ ਕੋਈ ਨਾ ਕੋਈ ਵੈਲਿਊ ਹੋਊਗੀ। ਇਸ ਕਰਕੇ ਆਪਾਂ ਇਹਨੂੰ 0 ਤੋਂ ਨਹੀਂ ਸਟਾਰਟ ਕੀਤਾ, ਅਤੇ ਜਿਵੇਂ ਜਿਵੇਂ ਆਪਾਂ ਟੈਂਪਰੇਚਰ ਇਨਕਰੀਜ਼ ਕਰਾਂਗੇ ਜਿਹੜੀ ਰਜਿਸਟਿਵਿਟੀ ਆ ਉਹ ਵੀ ਕੀ ਆ, ਇਨਕਰੀਜ਼ ਹੋਣੀ ਸਟਾਰਟ ਹੋ ਜਾਂਦੀ ਆ। ਆਪਾਂ ਗ੍ਰਾਫ 'ਤੇ ਕਿਹਾ ਸੀਗਾ ਕਿ ਜਿਵੇਂ ਜਿਵੇਂ ਟੈਂਪਰੇਚਰ ਇਨਕਰੀਜ਼ ਕਰਾਂਗੇ ਰਜਿਸਟਿਵਿਟੀ ਵੀ ਕੀ ਹੋਊਗੀ, ਇਨਕਰੀਜ਼ ਹੋਊਗੀ। ਇਸ ਤਰ੍ਹਾਂ ਟੈਂਪਰੇਚਰ ਇਨਕਰੀਜ਼ ਹੋਣ ਦੇ ਨਾਲ ਰਜਿਸਟਿਵਿਟੀ ਜਿਹੜੀ ਆ ਇਨਕਰੀਜ਼ ਹੋਊਗੀ, ਪਰ ਇਹ ਲੀਨੀਅਰਲੀ ਇਨਕਰੀਜ਼ ਨਹੀਂ ਹੁੰਦੀ। ਸੈਕਿੰਡ ਕੇਸ ਆਪਣੇ ਕੋਲ ਸੈਮੀ ਕੰਡਕਟਰ ਜਾਂ ਇਨਸੂਲੇਟਰ ਦੇ ਲਈ। ਹੁਣ ਸੈਮੀ ਕੰਡਕਟਰ ਇਨਸੂਲੇਟਰ ਦੇ ਕੇਸਿਸ ਦੇ ਵਿੱਚ ਕੀ ਹੋਊਗਾ, ਆਹੀ ਰਿਲੇਸ਼ਨ ਯੂਜ਼ ਕਰਾਂਗੇ ਆਪਾਂ, ਸੇਮ ਰਿਲੇਸ਼ਨ। ਹੁਣ ਇਸ ਕੇਸ ਦੇ ਵਿੱਚ ਆ ਦੇਖੋ ਆਪਾਂ ਜਿਹੜੀ ਯੂਜ਼ ਕਰਨਾ ਵਾ ਨੰਬਰ ਆਫ ਫ੍ਰੀ ਇਲੈਕਟ੍ਰੋਨਸ ਪਰ ਯੂਨਿਟ ਵੋਲੀਅਮ ਯੂਜ਼ ਕਰਨੇ ਆਪਾਂ ਸੈਮੀ ਕੰਡਕਟਰ ਅਤੇ ਇਨਸੂਲੇਟਰ ਕੇਸ ਦੇ ਵਿੱਚ। ਹੁਣ ਦੇਖੋ ਕੀ ਹੋਊਗਾ ਕਿ ਜਦੋਂ ਆਪਾਂ ਟੈਂਪਰੇਚਰ ਸੈਮੀ ਕੰਡਕਟਰ ਨੂੰ ਆਪਾਂ ਡਿਵਾਈਡ ਕਰਦੇ ਹਾਂ, ਇਹਨੂੰ ਬੈਂਡ ਥਿਊਰੀ ਦੇ ਅਕੋਰਡਿੰਗ ਆ ਵੇਲੈਂਸ ਬੈਂਡ ਹੁੰਦਾ, ਕੰਡਕਸ਼ਨ ਬੈਂਡ ਹੁੰਦਾ। ਇਹਦੇ ਵਿੱਚ ਆਪਣੇ ਕੋਲ ਫ੍ਰੀ ਜਾਂ ਵੇਲੈਂਸ ਇਲੈਕਟ੍ਰੋਨ ਹੁੰਦੇ ਆ। ਕੰਡਕਸ਼ਨ ਬੈਂਡ ਦੇ ਵਿੱਚ ਇਲੈਕਟ੍ਰੋਨ ਜਦੋਂ ਜਾਣਗੇ ਉਸ ਨੂੰ ਆ ਐਨਰਜੀ ਗੈਪ ਕ੍ਰੋਸ ਕਰਨਾ ਪੈਣਾ। ਹੁਣ ਦੇਖੋ ਕੀ ਹੋਊਗਾ, ਆਪਾਂ ਜਦੋਂ ਟੈਂਪਰੇਚਰ ਇਨਕਰੀਜ਼ ਕਰਤਾ, ਟੈਂਪਰੇਚਰ ਇਨਕਰੀਜ਼ ਕਰਨ ਦੇ ਨਾਲ ਕੀ ਹੋਊਗਾ, ਆ ਵੇਲੈਂਸ ਬੈਂਡ ਦੇ ਵਿੱਚ ਜੋ ਮੈਂ ਗ੍ਰੀਨ ਇਲੈਕਟ੍ਰੋਨ ਡਰੋ ਕੀਤੇ ਆ, ਇਹਨਾਂ ਇਲੈਕਟ੍ਰੋਨਸ ਨੂੰ ਐਨਰਜੀ ਮਿਲ ਜੂਗੀ। ਜਦੋਂ ਹੀ ਇਹਨਾਂ ਨੂੰ ਐਨਰਜੀ ਮਿਲ ਗਈ, ਇਹ ਇਲੈਕਟ੍ਰੋਨ ਇਸ ਬੈਂਡ ਨੂੰ ਕ੍ਰੋਸ ਕਰਕੇ ਕਿੱਥੇ ਜਾਣੇ ਸ਼ੁਰੂ ਕਰ ਦੇਣਗੇ, ਕੰਡਕਸ਼ਨ ਬੈਂਡ ਦੇ ਵਿੱਚ। ਜਦੋਂ ਹੀ ਇਹ ਕੰਡਕਸ਼ਨ ਬੈਂਡ ਦੇ ਵਿੱਚ ਜਾਣਗੇ, ਕੰਡਕਸ਼ਨ ਬੈਂਡ ਦੇ ਵਿੱਚ ਨੰਬਰ ਆਫ ਫ੍ਰੀ ਇਲੈਕਟ੍ਰੋਨਸ ਕੀ ਹੋਣੇ ਸ਼ੁਰੂ ਹੋ ਗਏ। ਪਹਿਲਾਂ ਦੇਖੋ ਕੋਈ ਨਹੀਂ ਸੀਗਾ, ਜਦੋਂ ਆਪਾਂ ਟੈਂਪਰੇਚਰ ਇਨਕਰੀਜ਼ ਕੀਤਾ ਇਹ ਇਲੈਕਟ੍ਰੋਨ ਜੰਪ ਕਰਕੇ ਕਿੱਥੇ ਜਾਣੇ ਸਟਾਰਟ ਕਰ ਗਏ, ਕੰਡਕਸ਼ਨ ਬੈਂਡ ਦੇ ਵਿੱਚ। ਜਦੋਂ ਹੀ ਇਲੈਕਟ੍ਰੋਨ ਕੰਡਕਸ਼ਨ ਬੈਂਡ ਦੇ ਵਿੱਚ ਜਾਣਗੇ, ਇਸ ਕੰਡਕਸ਼ਨ ਬੈਂਡ ਦੇ ਵਿੱਚ ਕੀ ਹੋਊਗਾ, ਨੰਬਰ ਆਫ ਇਲੈਕਟ੍ਰੋਨਸ ਪਰ ਯੂਨਿਟ ਵੋਲੀਅਮ ਇਨਕਰੀਜ਼ ਹੋਣੇ ਸਟਾਰਟ ਕਰ ਗਏ। ਹੁਣ ਦੇਖੋ ਕੀ ਹੋਊਗਾ, ਜੇ ਨੰਬਰ ਆਫ ਇਲੈਕਟ੍ਰੋਨਸ ਪਰ ਯੂਨਿਟ ਵੋਲੀਅਮ ਇਨਕਰੀਜ਼ ਹੁੰਦੇ ਆ, ਰਜਿਸਟਿਵਿਟੀ ਕੀ ਆ, ਇਨਵਰਸਲੀ ਪ੍ਰਪੋਰਸ਼ਨਲ ਆ। ਇਹਦਾ ਮਤਲਬ ਜੇ ਨੰਬਰ ਆਫ ਇਲੈਕਟ੍ਰੋਨਸ ਪਰ ਯੂਨਿਟ ਵੋਲੀਅਮ ਵੱਧਦੇ ਪਏ ਆ ਇਸ ਬੈਂਡ ਦੇ ਵਿੱਚ, ਜਿਹੜੀ ਰਜਿਸਟਿਵਿਟੀ ਆ ਉਹ ਕੀ ਆ, ਇਨਵਰਸਲੀ ਪ੍ਰਪੋਰਸ਼ਨਲ ਆ ਇਹਦੇ। ਜੇ ਇਹ ਇਨਕਰੀਜ਼ ਹੁੰਦੇ ਪਏ ਆ, ਰਜਿਸਟਿਵਿਟੀ ਕੀ ਹੋ ਜਾਊਗੀ, ਡਿਕਰੀਜ਼। ਇਹਦਾ ਮਤਲਬ ਟੈਂਪਰੇਚਰ ਇਨਕਰੀਜ਼ ਕਰਨ ਦੇ ਨਾਲ ਜਿਹੜੀ ਰਜਿਸਟਿਵਿਟੀ ਆ ਉਹ ਕੀ ਹੁੰਦੀ ਆ, ਡਿਕਰੀਜ਼ ਹੁੰਦੀ ਆ। ਸੈਮੀ ਕੰਡਕਟਰ ਅਤੇ ਇਨਸੂਲੇਟਰ ਬੋਥ ਕੇਸਿਸ ਦੇ ਵਿੱਚ। ਹੁਣ ਦੇਖੋ ਕੀ ਹੋਊਗਾ, ਜੇ ਰਜਿਸਟਿਵਿਟੀ ਡਿਕਰੀਜ਼ ਹੋ ਗਈ, ਆਹੀ ਰਿਲੇਸ਼ਨ ਯੂਜ਼ ਕਰਾਂਗੇ ਆਪਾਂ। ਰਜਿਸਟਿਵਿਟੀ ਮਤਲਬ ਰੋ ਘਟ ਗਈ, ਇਹਦੇ ਵਿੱਚ ਕੀ ਹੋਊਗਾ, ਰੋ ਲੈਸ ਆ ਕਿਹਦੇ ਨਾਲੋਂ, ਰੋ ਨੋਟ ਦੇ ਨਾਲੋਂ। ਇਹਦਾ ਮਤਲਬ ਹੁਣ ਰੋ ਨੋਟ ਦੀ ਵੈਲਿਊ ਜ਼ਿਆਦਾ ਵਾ, ਮਾਈਨਸ ਦੀ ਨੈਗੇਟਿਵ ਵਾਲੀ ਵੈਲਿਊ ਜ਼ਿਆਦਾ ਹੋਊਗੀ। ਇਸ ਕਰਕੇ ਇਸ ਕੇਸ ਦੇ ਵਿੱਚ ਅਲਫਾ ਦੀ ਜੋ ਵੈਲਿਊ ਆ, ਟੈਂਪਰੇਚਰ ਕੋਐਫੀਸ਼ੀਐਂਟ ਆਫ ਰੈਜ਼ਿਸਟੈਂਸ ਜਿਹੜਾ ਹੋਊਗਾ ਉਹ ਕੀ ਹੋਊਗਾ, ਨੈਗੇਟਿਵ। ਇਸੇ ਤਰ੍ਹਾਂ ਇਨਸੂਲੇਟਰ ਦੇ ਵਿੱਚ ਬੈਂਡ ਗੈਪ ਬਹੁਤ ਜ਼ਿਆਦਾ ਹੁੰਦਾ, 3 ਇਲੈਕਟ੍ਰੋਨ ਵੋਲਟ ਤੋਂ ਜ਼ਿਆਦਾ ਹੁੰਦਾ। ਇਸ ਕਰਕੇ ਜਦੋਂ ਆਪਾਂ ਇੱਥੋਂ ਟੈਂਪਰੇਚਰ ਇਨਕਰੀਜ਼ ਕਰਾਂਗੇ, ਜਦੋਂ ਇਸ ਬੈਂਡ ਗੈਪ ਤੋਂ ਜ਼ਿਆਦਾ ਹੋਊਗੀ ਉਹਨਾਂ ਦੀ ਐਨਰਜੀ, ਉਹ ਸਾਰੇ ਜੰਪ ਕਰਨੇ ਸਟਾਰਟ ਕਰ ਜਾਣਗੇ। ਕਦੋਂ, ਕਿਉਂਕਿ ਐਨਰਜੀ ਗੈਪ ਬਹੁਤ ਜ਼ਿਆਦਾ ਵਾ। ਠੀਕ ਹੈ, ਜਦੋਂ ਇਹਨਾਂ ਨੂੰ ਇੰਨੀ ਐਨਰਜੀ ਮਿਲ ਗਈ ਉਹ ਕੰਡਕਸ਼ਨ ਬੈਂਡ ਦੇ ਵਿੱਚ ਜਾਣਗੇ। ਉਸੇ ਤਰ੍ਹਾਂ ਨੰਬਰ ਆਫ ਇਲੈਕਟ੍ਰੋਨਸ ਪਰ ਯੂਨਿਟ ਵੋਲੀਅਮ ਇਨਕਰੀਜ਼ ਹੋਣਗੇ, ਮਤਲਬ ਫਿਰ ਰਜਿਸਟਿਵਿਟੀ ਇਹਦੇ ਕੇਸ 'ਚ ਵੀ ਡਿਕਰੀਜ਼ ਹੋਊਗੀ। ਜੇ ਇਸ ਕੇਸ 'ਚ ਡਿਕਰੀਜ਼ ਹੁੰਦੀ ਆ, ਦੋਵਾਂ ਕੇਸਿਸ ਦੇ ਵਿੱਚ ਅਲਫਾ ਦੀ ਵੈਲਿਊ ਮਤਲਬ ਟੈਂਪਰੇਚਰ ਕੋਐਫੀਸ਼ੀਐਂਟ ਆ ਜਿਹੜਾ ਉਹ ਕੀ ਹੁੰਦਾ ਵਾ, ਨੈਗੇਟਿਵ ਹੁੰਦਾ ਵਾ। ਰਜਿਸਟਿਵਿਟੀ ਅਤੇ ਟੈਂਪਰੇਚਰ ਦੇ ਵਿੱਚ ਜੋ ਗ੍ਰਾਫ ਆ ਸੈਮੀ ਕੰਡਕਟਰ ਦੇ ਕੇਸ ਦੇ ਵਿੱਚ, ਉਹ ਗ੍ਰਾਫ ਜਿਹੜਾ ਵਾ ਐਕਸਪੋਨੈਂਸ਼ਲੀ ਡਿਕੇ ਕਰਦਾ ਵਾ। ਮਤਲਬ ਜਿਵੇਂ ਜਿਵੇਂ ਟੈਂਪਰੇਚਰ ਵਧੀ ਜਾਂਦਾ, ਰਜਿਸਟਿਵਿਟੀ ਆ ਜਿਹੜੀ ਐਕਸਪੋਨੈਂਸ਼ਲੀ ਡਿਕੇ ਕਰਦੀ ਆ। ਐਕਸਪੋਨੈਂਸ਼ਲੀ ਹੁੰਦਾ ਈ ਦੀ ਪਾਵਰ ਦੇ ਵਿੱਚ, ਠੀਕ ਹੈ, ਐਕਸਪੋਨੈਂਸ਼ਲੀ ਈ ਨੂੰ ਕਹਿੰਦੇ ਆਪਾਂ ਐਕਸਪੋਨੈਂਸ਼ਲੀ। ਉਹਦਾ ਗ੍ਰਾਫ ਇਸ ਤਰ੍ਹਾਂ ਹੁੰਦਾ। ਇਹ ਸੀ ਆਪਣਾ ਅੱਜ ਦਾ ਟੌਪਿਕ, ਜਿਹਦੇ ਵਿੱਚ ਆਪਾਂ ਡਿਸਕਸ ਕੀਤਾ ਮੈਟਲ ਅਲੋਇਸ, ਸੈਮੀ ਕੰਡਕਟਰ, ਇਨਸੂਲੇਟਰ ਦੇ ਲਈ ਟੈਂਪਰੇਚਰ ਦਾ ਰਜਿਸਟਿਵਿਟੀ ਦੇ ਉੱਤੇ ਕੀ ਇਫੈਕਟ ਪੈਂਦਾ, ਅਤੇ ਉਹਨਾਂ ਦੋਵਾਂ ਦੇ ਲਈ ਅਲਫਾ ਦੀ ਵੈਲਿਊ ਕੀ ਹੁੰਦੀ ਆ। ਥੈਂਕ ਯੂ ਵੈਰੀ ਮੱਚ।